ਜੈਸ਼ੰਕਰ ਦਾ ਛੋਰਾ ਸੱਦਿਆ ਉਹਨੂੰ, ਉਹ ਟੈਸਟੀਫਾਈ ਕਰ ਰਿਹਾ ਇੰਡੋ ਪੈਸੀਫਿਕ ਨੂੰ ਓਪਨ ਕਰਨ ਚ ਔਰ ਸਟ੍ਰੈਟੇਜਿਕ ਪਾਰਟਨਰਸ਼ਿਪ। ਪਰ ਤਕਲੀਫ ਉਹਨੂੰ ਕੀ ਹੈ ਕਿ ਵੀ ਇਹ ਜਿਹੜੀ ਹੈ ਯੂਨਾਈਟਿਡ ਸਟੇਟਸ ਦੀ ਰੀਨਿਊਡ ਐਂਗੇਜਮੈਂਟ ਵਿਦ ਪਾਕਿਸਤਾਨ ਮਿਲਟਰੀ ਲੀਡਰਸ਼ਿਪ। ਪਾਕਿਸਤਾਨ ਹੈਜ਼ ਏ ਲੌਂਗ ਐਂਡ ਵੈਲ ਡਾਕੂਮੈਂਟਡ ਹਿਸਟਰੀ ਆਫ ਯੂਜ਼ਿੰਗ ਨੌਨ ਸਟੇਟ ਟੈਰਰਿਸਟ ਪ੍ਰੌਕਸੀਜ਼ ਅਗੇਂਸਟ ਇੰਡੀਆ। ਤੁਸੀਂ ਦੇਖੋ ਹਰ ਥਾਂ ਇਹ ਪਾਕਿਸਤਾਨ ਬੈਸ਼ਿੰਗ ਕਰਦੇ ਨੇ। ਉਹਦੀ ਕਮੇਟੀ ਸਾਹਮਣੇ ਵੀ ਕਹਿ ਰਿਹਾ, ਹਾਲਾਂ ਉਹਨਾਂ ਨੂੰ ਵੀ ਪਤਾ ਹੈ ਵੀ ਤੁਹਾਡਾ ਆ ਜਿਹੜਾ ਤੁਸੀਂ ਪੁਲਵਾਮਾ ਫਾਲਸ ਫਲੈਗ ਸੀ, ਅਮਰੀਕਾ ਨੂੰ ਨਹੀਂ ਪਤਾ ਵੀ ਇਹਨਾਂ ਨੇ ਖੁਦ ਕੀਤਾ। ਜੇ ਸਤਪਾਲ ਮਲਿਕ ਉਹਨਾਂ ਦੇ ਗਵਰਨਰ ਨੂੰ ਪਤਾ ਹੈ। ਸਾਰੀ ਦੁਨੀਆ 'ਚ 60 ਬੰਦਿਆਂ ਦਾ ਇਹਨਾਂ ਦਾ ਐਮਪੀਜ਼ ਦੇ ਡੈਲੀਗੇਸ਼ਨ ਘੁੰਮਦੇ ਰਹੇ ਨੇ 40 ਮੁਲਕਾਂ 'ਚ, ਕਿਸੇ ਨੇ ਇਹਨਾਂ ਦੀ ਵਰਜਨ ਨੂੰ ਨਹੀਂ ਮੰਨਿਆ ਸਿਵਾਏ ਇਜ਼ਰਾਈਲ ਦੇ, ਉਹ ਵੀ ਦਹਿਸ਼ਤਗਰਦ ਮੁਲਕ। ਔਰ ਇਹ ਕਹਿ ਰਿਹਾ ਕਿ ਜੀ ਪਾਕਿਸਤਾਨ ਦੀ ਇਹ ਹਿਸਟਰੀ ਹੈ ਕਿ ਵੀ ਉਹ ਨਾਨ ਸਟੇਟ ਟੈਰਰਿਸਟ ਪ੍ਰੌਕਸੀਜ਼ ਨੂੰ ਯੂਜ਼ ਕਰਦਾ ਹੈ। ਪਹਿਲਾ ਚੈਲੰਜ ਤਾਂ ਉਹਨੇ ਕਿਹਾ ਵੀ ਇਹੀ ਹੈ ਵੀ ਕੋਈ ਟ੍ਰੇਡ ਐਗਰੀਮੈਂਟ ਨਹੀਂ ਹੋ ਰਿਹਾ ਔਰ ਇੰਡੀਆ ਅਮਰੀਕਾ ਦੀ ਸਟ੍ਰੈਟੇਜਿਕ ਪਾਰਟਨਰਸ਼ਿਪ ਖਰਾਬ ਹੋ ਗਈ। ਦੂਸਰਾ ਇਹ ਕਹਿੰਦਾ ਵੀ ਪਾਕਿਸਤਾਨ ਤੋਂ ਜਿਹੜਾ ਉਹ ਡਿਸਟੈਂਸ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਪਾਕਿਸਤਾਨ ਦੇ ਵੱਧ ਰਹੇ ਸਬੰਧਾਂ ਤੋਂ ਭਾਰਤ ਬੁਰੀ ਤਰ੍ਹਾਂ ਬੌਖਲਾਇਆ ਹੋਇਆ ਹੈ। ਅਮਰੀਕਨ ਕਾਂਗਰਸ ਦੀ ਫੋਰਨ ਅਫੇਅਰਸ ਸਬ ਕਮੇਟੀ ਸਾਹਮਣੇ ਟੈਸਟੀਫਾਈ ਕਰਦਿਆਂ ਭਾਰਤੀ ਥਿੰਕ ਟੈਂਕ ਦੇ ਐਗਜ਼ੈਕਟਿਵ ਡਾਇਰੈਕਟਰ ਤਰੁਆ ਜੈਸ਼ੰਕਰ ਨੇ ਮੰਨਿਆ ਹੈ ਕਿ ਭਾਰਤ ਅਮਰੀਕਾ ਸੰਬੰਧੀ ਜਿਹੜੇ ਸਬੰਧਾਂ ਵਿੱਚ ਸਭ ਤੋਂ ਜ਼ਿਆਦਾ ਕੁੜਿੱਤਨ ਹੁਣ ਅਮਰੀਕਾ ਵੱਲੋਂ ਪਾਕਿਸਤਾਨ ਦੀ ਫੌਜੀ ਲੀਡਰਸ਼ਿਪ ਨਾਲ ਸਾਂਝ ਕਰਦੇ ਹਨ। ਸੋ ਇਹ ਵੈਸੇ ਅੱਜ ਮੀਡੀਆ ਖਬਰ ਅਨੁਸਾਰ ਅਮਰੀਕਾ ਨੇ ਪਾਕਿਸਤਾਨ ਨੂੰ F-16 ਜਹਾਜ਼ਾਂ ਦੀ ਡੀਲ ਕਲੀਅਰ ਕਰ ਦਿੱਤੀ ਹੈ। ਇਹ ਸੌਦਾ $686 ਮਿਲੀਅਨ ਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਸਾਰੀਆਂ ਡਿਵੈਲਪਮੈਂਟਸ ਇੱਕ ਤਾਂ ਆਰਥਿਕਤਾ ਦੇ ਹਵਾਲੇ ਨਾਲ ਚੱਲ ਹੀ ਰਹੀਆਂ, ਜਿਹਨਾਂ ਦਾ ਅਸੀਂ ਜਿਹੜੇ ਪਹਿਲੇ ਸਾਡੇ ਦੋਵੇਂ ਸੈਗਮੈਂਟ ਨੇ ਉਹਨਾਂ 'ਚ ਅਸੀਂ ਜ਼ਿਕਰ ਕੀਤਾ ਹੈ ਕਿ ਭਾਰਤ ਅਮਰੀਕਾ ਸੰਬੰਧ ਕਿਵੇਂ ਪ੍ਰਭਾਵਿਤ ਹੋ ਰਹੇ ਨੇ। ਈਵਨ ਉਹਨਾਂ ਦੇ ਅਮਰੀਕਾ ਦੇ ਇਕਨੋਮਿਕਲ ਐਡਵਾਈਜ਼ਰ ਨੇ ਕਿਹਾ ਵੀ ਮਾਰਚ 2026 ਤੱਕ ਡੀਲ ਹੋਏਗੀ। ਦੂਸਰੇ ਪਾਸੇ ਅਸੀਂ ਦੇਖਿਆ ਕਿ ਮੈਕਸੀਕੋ ਨੇ ਵੀ, ਜਿਨ੍ਹਾਂ ਦੇ ਨਾਲ ਆਲਮੋਸਟ $6 ਬਿਲੀਅਨ ਤੋਂ ਜ਼ਿਆਦਾ ਦੀ ਟ੍ਰੇਡ ਹੈ, ਜਿਹਦੇ 'ਚ ਆਲਮੋਸਟ $1 ਬਿਲੀਅਨ ਆਟੋ ਇੰਡਸਟਰੀ ਹੈ ਇੰਡੀਆ ਦੀ, ਉਹਨਾਂ ਨੇ ਵੀ 50% ਟੈਰਿਫ ਇਹਨਾਂ ਦੇ ਉੱਤੇ ਠੋਕਿਆ। ਅਮਰੀਕਾ ਪਾਕਿਸਤਾਨ ਸੰਬੰਧ ਜਿਹੜੇ ਪਿਛਲੇ 8-9 ਮਹੀਨਿਆਂ ਦੇ ਵਿੱਚ ਇਹ ਕਹਿ ਲਓ ਵੀ 25 ਸਾਲ ਦੀ ਜਿਹੜੀ ਪਾਲਿਸੀ ਸੀ ਅਮਰੀਕਾ ਦੀ ਡੀਹਾਈਫਨੇਟ ਕਰਨ ਦੀ, ਭਾਰਤ ਪਾਕਿਸਤਾਨ ਨੂੰ ਅੱਡ ਕਰਕੇ ਦੇਖਣ ਦੀ, ਔਰ ਉਸ 'ਚੋਂ ਹੀ ਪਿਛਲੀ ਟਰੰਪ ਦੀ ਟਰਮ ਵੇਲੇ ਕੁਆਡ ਦੀ ਸਾਂਝ ਵੀ ਨਿਕਲੀ। ਔਰ ਭਾਰਤ ਨੇ ਵੀ ਜਿਹੜੇ ਆਪਣੇ ਬਹੁਤੇ ਹਥਿਆਰ ਅਮਰੀਕਾ ਔਰ ਇਜ਼ਰਾਈਲ ਤੋਂ ਲੈਣੇ ਸ਼ੁਰੂ ਕੀਤੇ, ਰੂਸ ਨੂੰ ਵੀ ਪਿੱਛੇ ਧੱਕਣਾ ਸ਼ੁਰੂ ਕੀਤਾ। ਲੇਕਿਨ ਇਹ ਪ੍ਰੈਜ਼ੀਡੈਂਟ ਟਰੰਪ ਦੀ ਸੈਕੰਡ ਟਰਮ ਦੇ ਵੇਲੇ ਪਿਛਲੇ 8-9 ਮਹੀਨਿਆਂ ਤੋਂ ਜਿਸ ਪ੍ਰੈਸ਼ਰ ਥੱਲੇ ਭਾਰਤ ਹੈ, ਇਕੱਲਾ ਇਹੀ ਨਹੀਂ ਕਿ ਅਮਰੀਕਾ ਨੇ ਛਟਕ ਕੇ ਪਰੇ ਸੁੱਟਿਆ ਜਾਂ 25% ਟੈਰਿਫ ਲਾਈ, 25% ਪਨਿਸ਼ਮੈਂਟ ਹੈ, ਐਡੀਸ਼ਨਲ 50% ਹੋ ਗਈ, 25+25 ਕਿ ਵੀ ਤੁਸੀਂ ਰਸ਼ੀਆ ਤੋਂ ਆਇਲ ਲੈ ਰਹੇ ਹੋ। ਪਰ ਜਿਹੜਾ ਭਾਰਤ ਦਾ ਇੱਕ ਵੱਡਾ ਸਾਧਨ ਫੋਰਨ ਐਕਸਚੇਂਜ ਦਾ, ਜਿਹੜੇ ਕਿ ਭਾਰਤੀ H-1B ਵੀਜ਼ਾ 72% ਭਾਰਤੀਆਂ ਨੂੰ ਮਿਲਦਾ ਸੀ, ਔਰ ਇੱਥੋਂ ਵੀ ਉਹ ਮਿਲੀਅਨਸ ਐਂਡ ਮਿਲੀਅਨਸ ਔਰ ਵੱਡੇ ਵੱਡੇ ਸਕੈਮ ਆਪਣੇ ਬੰਦੇ ਵੀ ਉਹਨਾਂ ਨੇ ਇੱਥੇ ਲਿਆ ਕੇ ਅਮਰੀਕਾ ਭਰ ਦਿੱਤਾ। ਮਿਲੀਅਨ 1.5 ਮਿਲੀਅਨ ਜਿਹੜਾ ਬੰਦਾ ਇਹਨਾਂ 20 ਸਾਲਾਂ ਦੇ ਵਿੱਚ ਇੰਡੀਅਨ ਆਇਆ, ਔਰ ਉਹ ਸਾਰੇ ਜਿਹੜੇ ਨੇ ਜਿੱਥੇ ਵੀ ਬੈਠੇ ਨੇ ਕੋਈ ਨਾ ਕੋਈ ਬੇਈਮਾਨੀ ਕਰ ਰਹੇ ਨੇ। ਔਰ ਇਹ ਸਾਰੇ ਦੇ ਚੱਲਦਿਆਂ ਹੀ ਜਿਹੜਾ ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਜਿਵੇਂ IT ਸੈਕਟਰ ਨੂੰ ਇਹਨਾਂ ਨੇ ਹੈਂਡਲ ਕੀਤਾ, ਉਹਦੇ 'ਚ ਵੀ ਡਿਸਕ੍ਰਿਮੀਨੇਸ਼ਨ ਲਿਆਂਦੀ, ਕਾਸਟ ਸਿਸਟਮ ਵੀ ਲਿਆਂਦਾ। ਇਸ ਲਈ ਸੀਐਟਲ ਹੋਏ, ਕੈਲੀਫੋਰਨੀਆ ਹੋਏ, ਐਂਟਾਈ ਕਾਸਟ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹ ਬਿੱਲ ਵੀ ਅਸੈਂਬਲੀਆਂ ਦੇ ਵਿੱਚ ਆਏ। ਔਰ ਅਸੀਂ ਇਹ ਦੇਖਦੇ ਹਾਂ ਕਿ ਵੀ ਇੰਨਾ ਉਹਨਾਂ ਦੇ ਹੌਸਲੇ ਵਧੇ ਵੀ ਸਿੱਖ ਜਿਹੜੇ ਮਾਈਨੋਰਿਟੀ ਹੈ, ਜਿਹੜੇ ਆਪਣੇ ਹੱਕਾਂ ਦੇ ਲਈ ਇਹਨਾਂ ਮੁਲਕਾਂ ਦੇ ਕਾਨੂੰਨ ਮੁਤਾਬਕ ਆਪਣੀ ਸਟਰਗਲ ਕਰਦੇ ਨੇ, ਉਹਨਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਿੱਸਾ ਬਣਾਇਆ। ਸੋ ਇਹ ਇੰਨੀ ਕੱਤ ਜਦੋਂ ਚੁੱਕੀ ਜਾਏ ਔਰ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਭਾਈ ਹੁਣ ਸਾਨੂੰ ਕਿਸੇ ਦਾ ਖੌਫ ਡਰ ਨਹੀਂ, ਔਰ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਮੈਕਸਿਮਮ ਉਹਨਾਂ ਨੇ ਚੰਮ ਦੀਆਂ ਚਲਾਈਆਂ। ਲੇਕਿਨ ਪ੍ਰੈਜ਼ੀਡੈਂਟ ਟਰੰਪ ਔਰ ਉਹਨਾਂ ਦੀ ਟੀਮ ਨੇ ਬਹੁਤ ਚੰਗੀ ਤਰ੍ਹਾਂ ਇਹ ਸਾਰੇ ਜਿਹੜੇ ਇਸ਼ੂ ਨੇ ਉਹਨਾਂ ਨੇ ਦੇਖਿਆ, ਔਰ 25 ਸਾਲਾਂ ਦੀ ਜਿਹੜੀ ਅਮਰੀਕਾ ਦੀ ਭਾਰਤ ਪ੍ਰਤੀ ਪਾਲਿਸੀ ਸੀ ਉਹਨੂੰ ਬਿਲਕੁਲ ਰਿਵਰਸ ਗੇਅਰ ਲਾ ਦਿੱਤਾ। ਔਰ ਉਸ ਦਾ ਪਹਿਲਾ ਹਿੱਸਾ ਜਿਹੜਾ ਪਾਕਿਸਤਾਨ ਨਾਲ ਉਹ ਡੀਹਾਈਫਨੇਟ ਕਰਕੇ
ਦੇਖਿਆ ਜਾ ਰਿਹਾ ਸੀ, ਪਾਕਿਸਤਾਨ ਸਪੈਸ਼ਲ ਐਲਾਈ ਅਮਰੀਕਾ ਦਾ ਬਣ ਗਏ ਔਰ 7, 8, 9, 10 ਮਈ ਦਾ 4 ਰੋਜ਼ਾ ਜਿਹੜਾ ਮਿਸਲ ਔਰ ਡਰੋਨ ਵਾਰਫੇਅਰ ਸੀ ਉਹਨੇ ਪਾਕਿਸਤਾਨ ਦਾ ਸਟੇਟਸ ਬਹੁਤ ਅਪ ਕੀਤਾ। ਨਤੀਜੇ ਦੇ ਤੌਰ ਤੇ ਜਿਹੜੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਉਹਨਾਂ ਨੂੰ ਐਜ਼ ਏ ਸਪੈਸ਼ਲ ਗੈਸਟ ਵਾਈਟ ਹਾਊਸ 'ਚ ਲੰਚ ਦੇਣਾ ਔਰ ਫਿਰ ਜਿਹੜੀ ਮਿਡਲ ਈਸਟ ਗਜ਼ਾ ਪੀਸ ਪਲਾਨ 20 ਪੁਆਇੰਟ ਪਲਾਨ ਦੇ ਵਿੱਚ ਵੀ ਜਿਹੜਾ ਪਾਕਿਸਤਾਨ ਦਾ ਲੀਡ ਰੋਲ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਜਿੱਥੇ ਕਿ ਜਿਹੜਾ ਹੁਣ ਡਿਸਾਰਮ ਕਰਨ ਦੀ ਲਾਈਨ ਹੋਏਗੀ ਉਹ ਕਿੰਨਾ ਸਕਸੈਸਫੁਲ ਹੁੰਦਾ ਨਹੀਂ। ਲੇਕਿਨ ਇਸ ਤੋਂ ਇਲਾਵਾ ਪਾਕਿਸਤਾਨ ਦੇ ਨਾਲ ਟ੍ਰੇਡ ਡੀਲ ਵੀ ਅਮਰੀਕਾ ਨੇ ਸਾਈਨ ਕੀਤੀ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਖਾਸ ਤੌਰ ਤੇ ਬਲੂਚਿਸਤਾਨ ਦੇ ਵਿੱਚ ਉਹਨਾਂ ਦੇ ਰੇਅਰ ਅਰਥ ਮਟੀਰੀਅਲ ਨੇ, ਰੇਅਰ ਅਰਥ ਮਿਨਰਲ ਨੇ, ਉਹਨਾਂ ਪ੍ਰਤੀ ਜਿਹੜੀ ਡੀਲ ਜਿਹਦੇ 'ਚ ਕਿ ਈਵਨ ਪ੍ਰੈਜ਼ੀਡੈਂਟ ਟਰੰਪ ਦਾ ਆਪਣਾ ਲੜਕਾ ਜਾਂ ਉਹਨਾਂ ਦਾ ਸਨ ਇਨ ਲਾਅ ਸਾਰੇ ਇਨਵੋਲਵ ਹੋਏ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਪਾਕਿਸਤਾਨ ਨੂੰ ਰਾਹਤ ਮਿਲੀ ਜਿਹੜਾ IMF ਤੋਂ ਵੀ। ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਹ ਖਬਰ ਨਾਲ ਇਹ ਵੀ ਹੈ ਕਿ Pakistan's central bank receives $1.2 billion from IMF for climate resilience। ਦੂਸਰੀ ਵੀ ਪੈਕੇਜ ਜਿੰਨੇ ਵੀ $7 ਬਿਲੀਅਨ ਦਾ IMF ਦਾ ਔਰ ਜਿਹੜੀ ਉਹਨਾਂ ਦੀ ਡੱਕੋ ਡੋਲੇ ਖਾਂਦੀ ਇਕੋਨਮੀ ਸੀ ਐਟ ਵਨ ਸਟੇਜ, ਇਹ ਸਾਰੇ ਪੀਰੀਅਡ ਦੇ ਵਿੱਚ ਰਿਕਵਰੀ ਵੱਲ ਵਧੀ। ਔਰ ਫਿਰ ਹੁਣ ਜਦੋਂ ਕਿ ਭਾਰਤ ਨੂੰ ਇਹ ਲੱਗਾ ਕਿ ਵੀ ਇਹ ਕੀ ਹੋ ਗਿਆ, ਉਹਨੇ ਵਾਪਸ ਰੂਸ ਵੱਲ ਮੁੜਨ ਦੀ ਕੋਸ਼ਿਸ਼ ਕੀਤੀ ਪਰ ਇੰਨੀ ਹਿੰਮਤ ਵੀ ਨਹੀਂ ਕਿ ਰਸ਼ੀਆ ਦੇ ਨਾਲ ਆਰਮਸ ਡੀਲ ਔਰ ਦੂਜੀ ਕੋਈ ਪੁਤਨ ਦੀ ਵਿਜ਼ਿਟ ਵੇਲੇ ਹੁੰਦਾ। ਹੁਣ ਅਮਰੀਕਾ ਦੇ ਵਿੱਚ ਸਾਊਥ ਏਸ਼ੀਆ, ਸੈਂਟਰਲ ਏਸ਼ੀਆ, ਇਹਨਾਂ ਸਾਰਿਆਂ ਨੂੰ ਲੈ ਕੇ ਅੱਡ-ਅੱਡ ਕਮੇਟੀਆਂ ਵੀ ਨੇ। ਉਹਨਾਂ ਦੇ ਵਿੱਚ ਅਕਸਰ ਜਿਹੜੇ ਐਕਸਪਰਟਸ ਨੂੰ ਸੱਦ ਕੇ ਜਿਹੜੀਆਂ ਨੇ ਉਹ ਹੀਅਰਿੰਗਸ ਵੀ ਕਰਵਾਈਆਂ ਜਾਂਦੀਆਂ, ਬਰੀਫਿੰਗਸ ਵੀ ਹੁੰਦੀਆਂ, ਟੈਸਟੀਮਨੀਜ਼ ਵੀ ਹੁੰਦੀਆਂ। ਸੋ ਅਮਰੀਕਾ ਦੇ ਕਾਂਗਰਸ ਦੀ ਹਾਊਸ ਫੋਰਨ ਅਫੇਅਰਸ ਸਾਊਥ ਐਂਡ ਸੈਂਟਰਲ ਏਸ਼ੀਆ ਦੀ ਸਬ ਕਮੇਟੀ ਹੈ, ਉਹਨਾਂ ਨੇ ਹੀਅਰਿੰਗ ਰੱਖੀ ਹੋਈ ਸੀ ਇਸ ਟੌਪਿਕ ਤੇ, US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਸਿਕਿਉਰਿੰਗ ਏ ਫ੍ਰੀ ਐਂਡ ਓਪਨ ਇੰਡੋ ਪੈਸੀਫਿਕ। ਕਿਉਂਕਿ ਪਹਿਲੀ ਜਿਹੜੀ 25 ਸਾਲ ਦੀ ਨੀਤੀ ਸੀ ਕਿ ਭਾਈ ਇੰਡੀਆ ਨੂੰ ਉਹਨਾਂ ਨੇ ਉੱਥੇ ਜਿਹੜਾ ਉਹ ਚੌਕੀਦਾਰ ਲਾਣਾ ਸੀ ਇੰਡੋ ਪੈਸੀਫਿਕ ਓਪਨ, ਚਾਈਨਾ ਨੂੰ ਘੇਰਨ ਦੀ ਲਾਈਨ ਐਜ਼ ਏ ਬੁਲਵਾਕ ਅਗੇਂਸਟ ਚਾਈਨਾ, ਇਸੇ ਲਈ ਕੁਆਡ ਦਾ ਹਿੱਸਾ ਬਣਾਇਆ। ਸੋ ਟੌਪਿਕ ਇਹ ਹੈ ਕਿ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਕਿ ਜਿਹੜੀ ਵਿਉਂਤਬੰਧਕ ਪਾਰਟਨਰਸ਼ਿਪ ਹੈ ਸਿਕਿਉਰਿੰਗ ਏ ਫ੍ਰੀ ਐਂਡ ਓਪਨ ਇੰਡੋ ਪੈਸੀਫਿਕ। ਸੋ ਇਸ ਟੌਪਿਕ ਦੇ ਉੱਤੇ ਜਿਹੜੀ ਹੈ ਹਾਊਸ ਫੋਰਨ ਅਫੇਅਰ ਸਾਊਥ ਸੈਂਟਰਲ ਏਸ਼ੀਆ ਸਬ ਕਮੇਟੀ ਦੇ ਵਿੱਚ ਹੀਅਰਿੰਗ ਸੀ ਔਰ ਇਸ ਦੇ ਵਿੱਚ ਜਿਹੜਾ ਟੈਸਟੀਫਾਈ ਕਰਨ ਦੇ ਲਈ ਆਇਆ S ਜੈ ਸ਼ੰਕਰ ਦਾ ਮੁੰਡਾ, ਜਿਹੜਾ ਅਡਾਨੀ ਫਾਈਨੈਂਸਡ ਇੱਕ ਥਿੰਕ ਟੈਂਕ ਹੈ, ਕਿਉਂਕਿ ਸਾਰੇ ਰਲੇ ਹੋਏ ਨੇ ਔਰ ਉਸ ਦਾ ਨਾਂ ਹੈ ਧਰੁਵ ਜੈ ਸ਼ੰਕਰ। ਜ਼ਾਹਰ ਹੈ ਸਾਊਥ ਦੇ ਵਿੱਚ ਪਿਓ ਦਾ ਨਾਂ ਵੀ ਆਪਣੇ ਨਾਂ ਦੇ ਨਾਲ ਜੋੜਦੇ ਨੇ, ਉਹਦਾ ਨਾਂ ਧਰੁਵ ਹੈ, ਜੈ ਸ਼ੰਕਰ ਪਿਓ ਦਾ ਨਾਂ ਰੱਖਿਆ ਹੋਇਆ ਨਾਲ। ਔਰ ਉਹਦੇ 'ਚ ਉਹਨੇ ਜਿਹੜੀ ਔਰ ਇਹ ਧਰੁਵ ਜੈ ਸ਼ੰਕਰ ਐਗਜ਼ੈਕਟਿਵ ਡਾਇਰੈਕਟਰ ਹੈ ਓਬਜ਼ਰਵਰ ਰਿਸਰਚ ਫਾਊਂਡੇਸ਼ਨ ਅਮਰੀਕਾ, ਇਹ ਉਹੀ ਫਾਈਨੈਂਸ ਨਾਲ ਉਹਨਾਂ ਦੇ ਅਡਾਨੀ ਦਾ ਕੀਤਾ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ one of the key challenges in India-US relations is Washington's renewed engagement with Pakistan's military leadership। ਹੁਣ ਇਸ ਸਬ ਕਮੇਟੀ ਦੇ ਸਾਹਮਣੇ ਆਪਣੀ ਟੈਸਟੀਮਨੀ ਦੇ ਵਿੱਚ ਜੈ ਸ਼ੰਕਰ ਦਾ ਛੋਰਾ ਇਹ ਕਹਿੰਦਾ ਹੈ ਔਰ ਉਸ ਦੇ ਐਗਜ਼ੈਕਟ ਲਫ਼ਜ਼ ਨੇ, The second challenge in India relates to United States renewed engagement with Pakistan's military leadership। ਕਿ ਜਿਹੜਾ ਸਾਡੇ ਲਈ ਹੁਣ ਉਹ ਸੱਦਿਆ ਉਹਨੂੰ, ਉਹ ਟੈਸਟੀਫਾਈ ਕਰ ਰਿਹਾ ਇੰਡੋ ਪੈਸੀਫਿਕ ਨੂੰ ਓਪਨ ਕਰਨ 'ਚ ਔਰ ਸਟ੍ਰੈਟੇਜਿਕ ਪਾਰਟਨਰਸ਼ਿਪ, ਪਰ ਤਕਲੀਫ ਉਹਨੂੰ ਕੀ ਹੈ ਕਿ ਵੀ ਇਹ ਜਿਹੜੀ ਹੈ ਯੂਨਾਈਟਿਡ ਸਟੇਟਸ ਦੀ ਰੀਨਿਊਡ engagement with Pakistan's military leadership। Pakistan has a long and well-documented history of using non-state terrorist proxies against India। ਤੁਸੀਂ ਦੇਖੋ ਹਰ ਥਾਂ ਇਹ ਪਾਕਿਸਤਾਨ ਬੈਸ਼ਿੰਗ ਕਰਦੇ ਨੇ। ਉਹਦੀ ਕਮੇਟੀ ਸਾਹਮਣੇ ਵੀ ਕਹਿ ਰਿਹਾ, ਹਾਲਾਂ ਉਹਨਾਂ ਨੂੰ ਵੀ ਪਤਾ ਹੈ ਵੀ ਤੁਹਾਡਾ ਆ ਜਿਹੜਾ ਤੁਸੀਂ ਪੁਲਵਾਮਾ ਫਾਲਸ ਫਲੈਗ ਸੀ, ਅਮਰੀਕਾ ਨੂੰ ਨਹੀਂ ਪਤਾ ਵੀ ਇਹਨਾਂ ਨੇ ਖੁਦ ਕੀਤਾ, ਜੇ ਸਤਪਾਲ ਮਲਿਕ ਉਹਨਾਂ ਦੇ ਗਵਰਨਰ ਨੂੰ ਪਤਾ ਹੈ। ਫਿਰ ਇਹ ਪਹਿਲਗਾਮ ਫਾਲਸ ਫਲੈਗ ਸਾਰੀ ਦੁਨੀਆ 'ਚ 60 ਬੰਦਿਆਂ ਦਾ ਇਹਨਾਂ ਦਾ MPs ਦੇ ਡੈਲੀਗੇਸ਼ਨ ਘੁੰਮਦੇ ਰਹੇ ਨੇ 40 ਮੁਲਕਾਂ 'ਚ, ਕਿਸੇ ਨੇ ਇਹਨਾਂ ਦੀ ਵਰਜਨ ਨੂੰ ਨਹੀਂ ਮੰਨਿਆ ਸਿਵਾਏ ਇਜ਼ਰਾਈਲ ਦੇ, ਉਹ ਵੀ ਦਹਿਸ਼ਤਗਰਦ ਮੁਲਕ। ਔਰ ਇਹ ਕਹਿ ਰਿਹਾ ਕਿ ਜੀ ਪਾਕਿਸਤਾਨ
ਦੀ ਇਹ ਹਿਸਟਰੀ ਹੈ ਕਿ ਵੀ ਉਹ ਨਾਨ ਸਟੇਟ ਟੈਰਰਿਸਟ ਪ੍ਰੌਕਸੀਜ਼ ਨੂੰ ਯੂਜ਼ ਕਰਦਾ ਹੈ। ਐਜ਼ ਏ ਰਿਜ਼ਲਟ ਓਵਰ ਮੈਨੀ ਈਅਰਸ India's experience is that third party mediation has often contributed to Pakistan's adventurism. ਕਿ ਜਦੋਂ ਤੀਸਰੀ ਧਿਰ ਕੋਈ ਮੁਦਾਖਲਤ ਕਰਦੀ ਹੈ ਤੇ ਉਹ ਤਾਂ ਪਾਕਿਸਤਾਨ ਦੀ ਮਦਦ ਤੇ ਜਾਂਦਾ ਹੈ। ਅੱਛਾ So the United States has pursued a policy of de-hyphenation between India and Pakistan. ਵੀ ਪਹਿਲਾਂ ਤਾਂ ਇੰਡੀਆ ਪਾਕਿਸਤਾਨ ਨੂੰ ਇੱਕੋ ਸਤ੍ਹਾ ਤੇ ਰੱਖ ਕੇ ਡਿਸਾਈਡ ਕਰਦਾ ਸੀ ਅਮਰੀਕਾ, ਫਿਰ ਉਹਨਾਂ ਨੇ ਡੀ-ਹਾਈਫਨੇਟ ਕਰ ਦਿੱਤਾ ਕਿਉਂਕਿ ਉਹ ਜਿਹੜਾ ਇਹ ਉਹਨਾਂ ਨੂੰ ਐਨਗੇਜਿੰਗ ਵਿਦ ਬੋਥ ਬਟ ਮਿਨੀਮਾਈਜ਼ਿੰਗ ਇਨਵੋਲਵਮੈਂਟ ਇਨ ਦੇਅਰ ਡਿਸਪਿਊਟਸ, ਕਿ ਵੀ ਦੋਨਾਂ ਨਾਲ ਐਨਗੇਜ ਕਰਦੇ ਸੀ ਪਰ ਉਹਨਾਂ ਦੇ ਡਿਸਪਿਊਟ ਦੇ ਵਿੱਚ ਜਿਹੜਾ ਉਹ ਮੀਡੀਏਸ਼ਨ ਨਹੀਂ ਸੀ ਕਰਦੇ। There remains considerable progress for future collaboration should differences over trade and Pakistan be successfully managed between the United States and India. ਪਹਿਲਾ ਚੈਲੰਜ ਤਾਂ ਉਹਨੇ ਕਿਹਾ ਵੀ ਇਹੀ ਹੈ ਵੀ ਕੋਈ ਟ੍ਰੇਡ ਐਗਰੀਮੈਂਟ ਨਹੀਂ ਹੋ ਰਿਹਾ ਔਰ ਇੰਡੀਆ ਅਮਰੀਕਾ ਦੀ ਸਟ੍ਰੈਟੇਜਿਕ ਪਾਰਟਨਰਸ਼ਿਪ ਖਰਾਬ ਹੋ ਗਈ। ਦੂਸਰਾ ਇਹ ਕਹਿੰਦਾ ਵੀ ਪਾਕਿਸਤਾਨ ਤੋਂ ਜਿਹੜਾ ਉਹ ਡਿਸਟੈਂਸ ਕਰੋ, ਔਰ ਇਸ ਲਾਈਨ ਦੇ ਉੱਤੇ ਹੀ ਉਹਨੇ ਅੱਗੋਂ ਲੰਬਾ ਚੌੜਾ ਜਿਹੜਾ ਇਹ ਪਾਰਟ ਕੀਤਾ। ਫਿਰ ਉਹਨੇ ਇਹ ਸਟੋਰੀ ਜਿਹੜੀ ਹੈ ਮੇਨ ਉਹਦਾ ਇਹ ਹੈ ਕਿ ਵੀ ਇਹ ਜਿਹੜੇ ਜੈ ਸ਼ੰਕਰ ਦੇ ਰਿਮਾਰਕ ਆਏ ਨੇ ਉਸ ਪੀਰੀਅਡ 'ਚ ਆਏ ਨੇ ਜਦੋਂ ਕਿ ਆਲਰੇਡੀ ਯੂਨਾਈਟਿਡ ਸਟੇਟਸ ਹੈਜ਼ ਅਨਾਊਂਸਡ a major investment to boost mining activity in Pakistan's Balochistan province. Already ਅਮਰੀਕਾ ਨੇ heavily invest ਕੀਤਾ ਹੈ ਬਲੋਚਿਸਤਾਨ 'ਚ ਮਾਈਨਿੰਗ ਦੇ ਵਿੱਚ ਜਿਹੜਾ ਹੈ। On Wednesday, the US Export-Import Bank approved US $1.25 billion in financing to support development of the ਰੈਕੋ ਡਿਕ ਕ੍ਰਿਟੀਕਲ ਮਿਨਰਲਸ ਪ੍ਰੋਜੈਕਟ। ਇਹ ਬਲੂਚਿਸਤਾਨ 'ਚ ਅਮਰੀਕਾ ਲਾ ਰਿਹਾ $1.25 ਬਿਲੀਅਨ ਅਪਰੂਵ ਕੀਤੇ ਨੇ ਉਹਨਾਂ ਦੇ ਐਕਸਪੋਰਟ ਇੰਪੋਰਟ ਬੈਂਕ ਤੇ। ਸ਼ੇਅਰਿੰਗ ਏ ਵੀਡੀਓ ਔਨ ਐਕਸ ਚਾਰਜਡ ਅਫੇਅਰਸ ਐਡ ਇੰਟਰਮ ਐਟ ਦਾ US ਐਮਬੈਸੀ ਇਨ ਇਸਲਾਮਾਬਾਦ, ਨੈਟਲੀ ਏ ਬੇਕਰ, ਹੁਣ ਇਹ ਇਨਵੈਸਟਮੈਂਟ ਹੈ ਉਹ ਨੈਟਲੀ ਏ ਬੇਕਰ ਕੀ ਜਿਹੜੀ ਹੈ ਉਹ ਕਹਿੰਦੇ ਨੇ Trump administration has made such commercial deals central to its diplomatic approach. I am pleased to highlight that US Export-Import Bank recently approved financing of US $1.25 billion to support the mining of critical minerals at Reko Diq in Pakistan, she said. ਹੁਣ ਜਿਹੜੀ ਇਸਲਾਮਾਬਾਦ 'ਚ ਇਹਨਾਂ ਦੀ ਚਾਰਜ ਦੀ ਅਫੇਅਰ ਹੈ ਅਮਰੀਕਾ ਦੀ, ਉਹਨੇ ਇਹ ਕਿਹਾ ਜੀ ਅਸੀਂ $1.25 ਬਿਲੀਅਨ ਅਪਰੂਵ ਹੋਇਆ ਜਿਹੜਾ ਅਸੀਂ ਬਲੋਚਿਸਤਾਨ ਦੇ ਵਿੱਚ ਇਨਵੈਸਟ ਕਰਾਂਗੇ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਸ ਸਾਰੇ ਜਿਹੜਾ ਐਕਸਿਮ ਬੈਂਕ ਹੈ $2 ਬਿਲੀਅਨ ਤੱਕ ਹਾਈ ਕੁਆਲਿਟੀ US ਮਾਈਨਿੰਗ ਇਕਵਿਪਮੈਂਟ ਆਏਗੀ, ਇੱਥੇ ਬਿਲਡ ਹੋਏਗੀ ਔਰ ਰੈਕੋ ਡਿਕ ਮਾਈਨ ਦੇ ਵਿੱਚ ਕ੍ਰੀਏਟਿੰਗ ਐਨ ਐਸਟੀਮੇਟਡ 6000 ਜੌਬਸ ਇਨ ਦਾ US and 7,500 jobs in ਬਲੋਚਿਸਤਾਨ ਪਾਕਿਸਤਾਨ। ਹੁਣ ਐਸ ਜੈ ਸ਼ੰਕਰ ਉਹ ਹੁੰਦਾ ਕਿ ਵੀ ਉਹ ਕਿ ਨੱਕ ਵਢਾਉਣ ਨੂੰ ਤੇ ਉਹ ਫਿਰ ਇਹ ਨੱਥ ਕਢਾਉਣ ਨੂੰ, ਇਹ ਤਾਂ ਪਾਕਿਸਤਾਨ ਨੂੰ ਪੁੱਟ ਡਾਊਨ ਕਰ ਰਿਹਾ ਕਿ ਵੀ ਤੁਸੀਂ ਸਟ੍ਰੈਟੇਜਿਕ ਪਾਰਟਨਰਸ਼ਿਪ ਇੰਡੀਆ ਦੀ ਚੱਲ ਨਹੀਂ ਸਕਦੀ ਕਿਉਂਕਿ ਤੁਸੀਂ ਪਾਕਿਸਤਾਨ ਦੀ ਮਿਲਟਰੀ ਐਸਟੈਬਲਿਸ਼ਮੈਂਟ ਨਾਲ ਇੰਗੇਜ ਕਰ ਰਹੇ। ਉਹਨਾਂ ਨੇ ਕਿਹਾ ਜੀ ਇਕੱਲਾ ਮਿਲਟਰੀ ਨਹੀਂ, ਅਸੀਂ $1.2 ਬਿਲੀਅਨ ਦਾ ਲੋਨ ਵੀ ਅਪਰੂਵ ਹੋ ਗਿਆ, $2 ਬਿਲੀਅਨ ਦਾ ਹੋਣਾ ਰੇਅਰ ਅਰਥ ਮਿਨਰਲ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜਾ ਕੰਮ ਹੋਏਗਾ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਉਹਨਾਂ ਦੀ ਸ਼ੀ ਫਰਦਰ ਸੈਡ ਜਿਹੜੀ ਬੀਬੀ ਇਸਲਾਮਾਬਾਦ 'ਚ ਹੈ ਕਿ ਵੀ ਇਹ ਜਿਹੜਾ ਅਸੀਂ ਇਕਨੋਮਿਕਲ ਗਰੋਥ ਬਲੋਚਿਸਤਾਨ 'ਚ ਕਰਨਾ ਚਾਹੁੰਦੇ ਹਾਂ, ਇਹ ਗੇਮ ਚੇਂਜਰ ਹੋਏਗਾ US ਬਿਜ਼ਨਸ ਔਰ ਲੋਕਲ ਪਾਕਿਸਤਾਨੀ ਕਮਿਊਨਿਟੀ ਨਾਲ। ਬੜੀ ਡਿਟੇਲ ਸਟੋਰੀ ਹੈ। ਅੱਛਾ, ਪਰ ਨਾਲ ਦੀ ਨਾਲ ਅਸੀਂ ਇਹ ਦੇਖਦੇ ਹਾਂ ਕਿ ਇਹਨਾਂ ਦੀ ਮੀਡੀਆ ਦੀ ਮੇਨ ਖਬਰ ਲੱਗੀ ਹੋਈ ਹੈ US ਕਲੀਅਰਸ $686 million F-16 support deal for Pakistan, says regional balance unaffected. ਕਿ F-16 ਜਹਾਜ਼ਾਂ ਦੀ ਡੀਲ ਪਾਕਿਸਤਾਨ ਦੇ ਨਾਲ ਜਿਹੜੀ $686 ਮਿਲੀਅਨ ਦੀ ਹੈ ਉਹਨੂੰ ਕਲੀਅਰ ਕਰ ਦਿੱਤਾ ਹੈ ਔਰ ਉਹਦੇ 'ਚ ਅਮਰੀਕਾ ਨੇ ਕਿਹਾ ਜੀ ਇਹਦੇ ਨਾਲ ਕਿਉਂਕਿ ਇੰਡੀਆ ਨੇ ਚੀਕਾਂ ਮਾਰਨੀਆਂ, ਦੇਖੋ ਜੀ F-16 ਦੇ ਦਿੱਤੇ, ਉਹਨਾਂ ਨੇ ਕਿਹਾ ਜੀ ਇਹ ਕੋਈ ਰੀਜਨਲ ਬੈਲੈਂਸ ਜਿਹੜਾ ਹੈ ਅਨਇਫੈਕਟਡ ਹੈ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਲਈ ਇਸ ਸਭ ਦੇ ਬਾਵਜੂਦ ਕਿ ਪਾਕਿਸਤਾਨ ਦੇ ਅੰਦਰੂਨੀ ਚੈਲੰਜਸ ਨੇ ਔਰ ਅਸੀਂ ਜਿਵੇਂ ਅਕਸਰ ਐਜ਼ ਏ ਵੈਲ ਵਿਸ਼ਰ, ਐਜ਼ ਏ ਫਰੈਂਡ, ਐਜ਼ ਏ ਹਮਸਾਇਆ
ਭਵਿੱਖ ਦੇ ਖਾਲਿਸਤਾਨ ਦਾ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੀ ਮਿਲਟਰੀ ਐਸਟੈਬਲਿਸ਼ਮੈਂਟ ਫੀਲਡ ਮਾਰਸ਼ਲ ਆਸਮ ਮੁਨੀਰ ਜਿਨ੍ਹਾਂ ਦੀ ਟਰਮ ਹੁਣ 2030 ਤੱਕ ਹੈ ਔਰ ਜਿਹੜਾ ਪਾਕਿਸਤਾਨ ਦੇ ਵਿੱਚ ਪੋਲੀਟੀਕਲ ਡਾਈਸੈਂਟ ਹੈ ਖਾਸ ਤੌਰ ਤੇ ਇਮਰਾਨ ਖਾਨ ਔਰ ਉਹਨਾਂ ਦੀ ਧਿਰ ਨੂੰ ਲੈ ਕੇ ਕੋਈ ਮਸਲਾ ਐਸਾ ਨਹੀਂ ਹੁੰਦਾ ਜਿਹਦਾ ਹੱਲ ਨਾ ਹੋਏ ਤੇ ਜੇ ਪੋਜੀਸ਼ਨ ਸਟਿਫ ਹੋਏ ਤੁਸੀਂ ਬਿਲਕੁਲ ਨਾਨ ਬੈਂਡਿੰਗ ਹੋਵੋ ਔਰ ਉਹ ਅਲਟੀਮੇਟਲੀ ਤੁਹਾਡਾ ਹੀ ਨੁਕਸਾਨ ਕਰਦੀ ਹੈ ਕਿਉਂਕਿ ਅਲਟੀਮੇਟਲੀ ਜੇ ਮੁਲਕ ਹੈ ਤੇ ਉੱਥੇ ਪਾਰਟੀਆਂ ਦੀ ਐਕਟੀਵਿਟੀ ਵੀ ਜਾਂ ਉੱਥੇ ਕਿਸੇ ਦੇ ਮੁਲਕ ਦੇ ਲੋਕਾਂ ਦੇ ਇੰਟਰਸਟ ਵੀ ਸੇਫਗਾਰਡ ਤਾਂ ਹੀ ਹੋਣਗੇ ਕਿਉਂਕਿ ਜੇ ਅਸੀਂ ਭਾਰਤ ਦਾ ਏਜੰਡਾ ਦੇਖੀਏ ਉਹ ਤਾਂ ਪੁੱਜ ਕੇ ਨਫ਼ਰਤ 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 ਉਸ ਤੋਂ ਬਿਨਾਂ ਕੁਝ ਨਹੀਂ ਹੈ। ਜਿਹੜੀ ਵੰਦੇ ਮਾਤਰਮ ਨੂੰ ਲੈ ਕੇ ਵੀ ਜੋ ਪਾਰਲੀਮੈਂਟ ਰਾਜ ਸਭਾ 'ਚ ਡਿਬੇਟ ਹੋਈ ਔਰ ਉਹਨਾਂ ਦੇ ਨਫ਼ਰਤ ਦਾ 20 ਕਰੋੜ ਮੁਸਲਮਾਨ ਜਿਹੜੇ ਨੇ ਸਿੱਧੇ ਤੌਰ ਤੇ ਪਲੱਸ ਪਾਕਿਸਤਾਨ ਜਿਹੜਾ ਉਹਨਾਂ ਦਾ ਜਿਹਨੂੰ ਉਹਨਾਂ ਨੇ ਕਦੇ ਜਿਹੜੇ ਐਕਸੈਪਟ ਹੀ ਨਹੀਂ ਕੀਤਾ ਪਾਕਿਸਤਾਨ ਦੀ ਹੋਂਦ ਨੂੰ। ਸੋ ਜਿੱਥੇ ਇਸ ਵੇਲੇ ਅਮਰੀਕਾ ਦੀ ਨਜ਼ਰ ਸਵੱਲੀ ਹੈ ਪਾਕਿਸਤਾਨ ਦੇ ਉੱਤੇ, ਪਾਕਿਸਤਾਨ ਦੇ ਚੀਨ ਦੇ ਨਾਲ ਸੰਬੰਧ ਜਿਹੜੇ ਜਿਸ ਲੈਵਲ ਦੇ ਨੇ ਔਰ ਉਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਉਹ ਫਾਇਦਾ ਦਿੱਤਾ ਹੈ ਜਿਹੜੀ 7 8 9 10 ਮਈ ਦਾ ਟਕਰਾਅ ਹੈ ਉਹ ਚਾਈਨਾ ਦੀ ਮਦਦ ਔਰ ਉਸ ਦੇ ਨਾਲ ਵੀ ਜੁੜਿਆ ਹੋਇਆ ਔਰ ਇਕਨੋਮਿਕਲੀ ਵੀ ਜੇ ਇੰਟਰਨੈਸ਼ਨਲ IMF ਔਰ ਦੂਸਰੇ ਜਿਹੜੇ ਨੇ ਉਹ ਮਿਹਰਬਾਨ ਨੇ ਤੇ ਮੇਰਾ ਖਿਆਲ ਹੈ ਵੀ ਜੇ ਪਾਕਿਸਤਾਨ ਦੀ ਫੌਜੀ ਜਿਹੜੀ ਕਿਆਦਤ ਹੈ ਉਹ ਥੋੜ੍ਹਾ ਜਿਹਾ ਨਰਮੀ ਦਾ ਪ੍ਰਗਟਾਵਾ ਕਰਕੇ ਵਿਦਨ ਜਿਹੜਾ ਉਹਨਾਂ ਸਾਰਿਆਂ ਨੂੰ ਇੱਕ ਪੇਜ ਤੇ ਲੈ ਕੇ ਥੋੜ੍ਹੇ ਬਹੁਤ ਡਿਫਰੈਂਸ ਰਹਿੰਦੇ ਹੀ ਹੁੰਦੇ ਨੇ ਤੇ ਇਹ ਮੁਲਕ ਦੇ ਫਾਇਦੇ 'ਚ ਹੈ ਔਰ ਸਾਡੇ ਵੀ ਫਾਇਦੇ 'ਚ ਹੈ ਕਿਉਂਕਿ ਅਸੀਂ ਪਾਕਿਸਤਾਨ ਨੂੰ ਮਜ਼ਬੂਤ ਖੁਸ਼ਹਾਲ ਸਟੇਬਲ ਦੇਖਣਾ ਚਾਹੁੰਦੇ ਹਾਂ ਔਰ ਇਹੀ ਕਾਰਨ ਹੈ ਕਿ ਸਾਡੇ ਆਲਮੋਸਟ ਸੱਚੋ ਸੱਚ ਪ੍ਰੋਗਰਾਮ ਤੇ ਅਸੀਂ ਹਮੇਸ਼ਾ ਕੋਈ ਨਾ ਕੋਈ ਜਿਹੜਾ ਇਸ਼ੂ ਖਾਸ ਤੌਰ ਤੇ ਸਾਊਥ ਏਸ਼ੀਆ ਨੂੰ ਵੀ ਪ੍ਰਭਾਵਿਤ ਕਰਦਾ ਹੈ ਔਰ ਜਿਹੜਾ ਪਾਕਿਸਤਾਨ ਦੀ ਜਿਹੜਾ ਹੈ ਉਹ ਖੁਸ਼ਹਾਲੀ ਵੱਲ ਇਸ਼ਾਰਾ ਕਰਦਾ ਹੈ ਉਸ ਨੂੰ ਅਸੀਂ ਡਿਸਕਸ਼ਨ ਦਾ ਹਿੱਸਾ ਵੀ ਬਣਾਉਂਦੇ ਹਾਂ। ਸੋ ਇਸ ਵੇਲੇ ਪੋਜ਼ਿਟਿਵਿਟੀ ਹੈ ਔਰ ਇਹ ਬਿਹਤਰ ਹੋਏਗਾ ਕਿ ਵਿਦਨ ਪਾਕਿਸਤਾਨ ਵੀ ਜਿਹੜਾ ਇਹ ਪੋਲੀਟੀਕਲੀ ਜਿਹੜੀ ਅਨਪਲੇਜ਼ੈਂਟਨੈਸ ਹੈ ਇਹਨੂੰ ਵੀ ਦੂਰ ਕੀਤਾ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।